ਇੱਕ ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ। ਅਥ ਇੰਦਰਜੀਤ ਯੁੱਧ ਕਥਨਨ। ਹੁਣ ਇੰਦਰਜੀਤ ਦੇ ਯੁੱਧ ਦਾ ਕਥਨ। ਸਿਰਖਿੰਡੀ ਛੰਦ। ਜੁੱਟੇ ਵੀਰ ਜੁਝਾਰੇ, ਧੱਗਾ ਵੱਜੀਆਂ, ਨਗਾਰੇ ਵੱਜੇ ਅਤੇ ਲੜਾਕੇ ਸੂਰਮੇ ਆਪਸ ਵਿੱਚ ਜੁਟ ਗਏ। ਬੱਜੇ ਨਾਦ ਕਰਾਰੇ, ਦਲਾਂ ਮੁਸਾਹਦਾ, ਤੌਂਸੇ ਜ਼ੋਰ ਨਾਲ ਵੱਜੇ। ਦੋਹਾਂ ਫੌਜਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ। ਲੁੱਝੇ ਕਾਰਣਿਆਰੇ, ਸੰਘਰ ਸੂਰਮੇ। ਯੁੱਧ ਵਿੱਚ ਸਾਕੇ ਕਰ ਵਿਖਾਉਣ ਵਾਲੇ ਸੂਰਮੇ ਲੜ ਰਹੇ ਹਨ। ਵੁੱਠੇ ਜਾਣ ਡਰਾਰੇ, ਕਣੀਅਰ ਕੈਬਰੀ। ਤੀਰਾਂ ਦੀ ਬਰਖਾ ਇਸ ਤਰ੍ਹਾਂ ਹੋ ਰਹੀ ਹੈ ਮਾਨੋ ਡਰਾਉਣੇ ਬੱਦਲਾਂ ਤੋਂ ਬਰਖਾ ਹੋ ਰਹੀ ਹੋਵੇ। ਵੱਜੇ ਸੰਗਲਿਆਲੇ, ਹਾਠਾਂ ਜੁਟੀਆਂ। ਜਦੋਂ ਸੰਗਲਾਂ ਵਾਲੇ ਤੌਂਸੇ ਵੱਜੇ ਤਦੋਂ ਦੋਵਾਂ ਧਿਰਾਂ ਆਪਸ ਵਿੱਚ ਜੁਟ ਪਈਆਂ। ਖੇਤ ਬਹੇ ਮੁਛਾਲੇ, ਕਹਿਰ ਤਤਾਰਚੇ। ਮੁੱਛਾਂ ਵਾਲੇ ਸੂਰਮੇ ਰਣਭੂਮੀ ਵਿੱਚ ਕਹਿਰ ਭਰੇ ਤੀਰ ਚਲਾਉਂਦੇ ਹਨ। ਡਿੱਗੇ ਵੀਰ ਜੁਝਾਰੇ, ਹੂੰਗਾਂ ਫੁੱਟੀਆਂ। ਜੋ ਲੜਾਕੇ ਯੋਧੇ ਡਿੱਗੇ ਪਏ ਹਨ ਉਹਨਾਂ ਦੀਆਂ ਹੁੰਗਰਾਂ ਨਿਕਲ ਰਹੀਆਂ ਹਨ। ਬੱਕੇ ਜਾਣ ਮਤਵਾਲੇ, ਪੰਗਾਂ ਖਾਏ ਕੈ। ਇੰਜ ਪ੍ਰਤੀਤ ਹੁੰਦਾ ਹੈ ਮਾਨੋ ਭੰਗ ਪੀ ਕੇ ਮਤਵਾਲੇ ਹੋ ਗਏ ਹੋਣ। ਉਰ ਰੜੇ, ਹੰਕਾਰੀ ਠੱਗਾ ਵਾਇ ਕੈ। ਤੌਂਸਿਆਂ ਨੂੰ ਵਜਾ ਕੇ ਅਹੰਕਾਰੀ ਸੂਰਮੇ ਉੱਲਰ ਕੇ ਪੈ ਗਏ ਹਨ। ਵਾਹ ਫਿਰੇ ਤਰਵਾਰੀ, ਸੂਰੇ ਸੂਰੀਆਂ। ਸੂਰਮੇ ਸੂਰਮਿਆਂ ਉੱਪਰ ਤਲਵਾਰਾਂ ਵਾਹੁੰਦੇ ਫਿਰਦੇ ਹਨ। ਵੱਗੇ ਰਤ ਚੁਲਾਰੀ, ਝਾੜੀ ਕੈਬਰੀ। ਤੀਰਾਂ ਦੀ ਝੜੀ ਲੱਗਣ ਨਾਲ ਝਲਾਰਾਂ ਦੇ ਪਾਣੀ ਵਾਂਗ ਲਹੂ ਵਗਦਾ ਹੈ। ਪਾਈ ਧੂਮ ਲੁਛਾਰੀ, ਪਾਈ ਧੂਮ ਲੁਛਾਰੀ, ਰਾਵਣ ਰਾਮ ਦੀ। ਲੜਾਕੇ ਵੀਰਾਂ ਨੇ ਰਾਵਣ ਤੇ ਸ਼੍ਰੀ ਰਾਮ ਦੀ ਧੂਮ ਪਾ ਦਿੱਤੀ ਹੈ। 24 ਤਉਸ ਵਜਾਈ, ਸੰਘੁਰ ਮੱਚੀਆਂ। ਨਗਾਰਚੀਆਂ ਨੇ ਨਗਾਰਿਆਂ ਨੂੰ ਵਜਾਇਆ ਤਾਂ ਯੁੱਧ ਸ਼ੁਰੂ ਹੋ ਗਿਆ। ਬਾਹ ਫਿਰੇ ਵੈਰਾਈ, ਤੁਰੇ ਤਤਾਰਚੇ। ਘੋੜਿਆਂ ਉੱਤੇ ਚੜ੍ਹੇ ਹੋਏ ਯੋਧੇ ਵੈਰੀਆਂ ਉੱਤੇ ਬਾਣ ਚਲਾਉਂਦੇ ਫਿਰਦੇ ਹਨ। ਹੂਰਾਂ ਚਿੱਤ ਵਧਾਈ, ਅੰਬਰ ਪੂਰੀਆਂ। ਹੂਰਾਂ ਦੇ ਚਿੱਤ ਵਿੱਚ ਪ੍ਰਸੰਨਤਾ ਹੋ ਰਹੀ ਹੈ ਅਤੇ ਉਹਨਾਂ ਨਾਲ ਆਕਾਸ਼ ਭਰਿਆ ਪਿਆ ਹੈ। ਯੋਧਿਆਂ ਦੇਖਣ ਤਾਈਂ ਹੁਲੇ ਹੋਈਆਂ। ਯੋਧਿਆਂ ਨੂੰ ਵੇਖਣ ਲਈ ਚੌਹਾਂ ਪਾਸਿਆਂ ਤੋਂ ਇਕੱਠੀਆਂ ਹੋ ਗਈਆਂ ਹਨ। ਪਾਦੜੀ ਛੰਦ। ਇੰਦਰਾਰ ਵੀਰ ਕੁਪਯੋ ਕਰਾਲ। ਇੰਦਰਾਰ ਵੀਰ ਕੁਪਯੋ ਕਰਾਲ। ਮੇਘਨਾਥ, ਜਿਹਨੂੰ ਇੰਦਰਾਰ ਕਿਹਾ ਗਿਆ ਹੈ, ਸੂਰਮੇ ਨੇ ਭਿਆਨਕ ਕ੍ਰੋਧ ਕੀਤਾ ਹੈ। ਮੁਕਤੰਤ ਬਾਣ ਗਹੇ ਤਨ ਵਿਸਾਲ। ਵਿਸ਼ਾਲ ਧਨੁਸ਼ ਨੂੰ ਫੜ ਕੇ ਤੀਰ ਛੱਡ ਰਿਹਾ ਹੈ। ਤਰਕੰਤ ਲੁੱਥ ਫਰਕੰਤ ਬਾਹ। ਲੋਥਾਂ ਤੜਫ ਰਹੀਆਂ ਹਨ ਅਤੇ ਬਾਹਵਾਂ ਫਰਕ ਰਹੀਆਂ ਹਨ।
ਜੂਜੰਤ ਸੂਰ ਅਛਰੇ ਉਛਾਹ। ਸੂਰਮੇ ਜੂਝਦੇ ਹਨ ਅਤੇ ਅਪਸਰਾਵਾਂ ਉਤਸ਼ਾਹਿਤ ਹੋ ਰਹੀਆਂ ਹਨ। ਚਮਕੰਤ ਚੱਕਰ ਸਰਖੰਤ ਸੇਲ। ਚੱਕਰ ਚਮਕਦੇ ਹਨ, ਪਾਲੇ ਸਰਕਦੇ ਹਨ, ਜਟਾ ਵਾਲੇ ਰਾਖਸ਼ ਚੱਲ ਰਹੇ ਹਨ। ਜੁਮੇ ਜਟਾਲ ਜਣ ਗੰਗ ਮੇਲ। ਮਾਨੋ ਗੰਗਾ ਤੇ ਮੇਲੇ ਤੋਂ ਸਾਧੂ ਇਕੱਠੇ ਹੋ ਕੇ ਜਾ ਰਹੇ ਹੋਣ। ਮਾਨੋ ਗੰਗਾ ਤੇ ਮੇਲੇ ਤੋਂ ਸਾਧੂ ਇਕੱਠੇ ਹੋ ਕੇ ਜਾ ਰਹੇ ਹੋਣ। ਸੰਘਰੇ ਸੂਰ ਆਘਾਏ ਕਾਏ। ਸੂਰਮੇ ਯੁੱਧ ਵਿੱਚ ਰੱਜ ਕੇ ਘਾਉ ਖਾਂਦੇ ਹਨ। ਬਰਖੰਤ ਬਾਣ ਚੜ੍ਹ ਚਉ ਪੁਚਾਏ। ਤੀਰਾਂ ਦੀ ਵਰਖਾ ਕਰਦੇ ਹਨ ਅਤੇ ਉਹਨਾਂ ਦੇ ਚਿੱਤ ਵਿੱਚ ਚਾਉ ਚੜ੍ਹ ਰਿਹਾ ਹੈ। ਸੰਮੁਲੇ ਸੂਰ ਆਰੋਹੇ ਜੰਗ। ਆਪਣਾ ਆਪ ਸੰਭਲੇ ਹੋਏ ਸੂਰਮੇ ਯੁੱਧ ਵਿੱਚ ਰੁੱਝੇ ਹੋਏ ਹਨ। ਬਰਖੰਤ ਬਾਣ ਬਿਖ ਤਰ ਸੁਰੰਗ। ਵਿਸ਼ ਬੁੱਝੇ ਬਾਣਾਂ ਦੀ ਵਰਖਾ ਕਰਦੇ ਹਨ। ਨਭ ਹੋਇ ਅਲੋਪ ਸਰ ਬਰਖ ਤਾਰ। ਤੀਰਾਂ ਦੀ ਲੜੀ ਨੇ ਆਕਾਸ਼ ਨੂੰ ਢਕ ਲਿਆ ਹੈ। ਸਭ ਊਚ ਨੀਚ ਕਿੰਨੇ ਸੁਮਾਰ। ਸਾਰੇ ਛੋਟੇ ਵੱਡੇ ਗਿਣ ਲਏ ਗਏ ਹਨ। ਸਾਰੇ ਛੋਟੇ ਵੱਡੇ ਗਿਣ ਲਏ ਗਏ ਹਨ। ਸਭ ਸ਼ਸਤਰ ਅਸਤਰ ਵਿਦਿਆ ਪ੍ਰਵੀਨ। ਮੇਘਨਾਥ ਸਾਰੀਆਂ ਸ਼ਸਤਰਾਂ ਤੇ ਅਸਤਰਾਂ ਦੀ ਵਿਦਿਆ ਵਿੱਚ ਪ੍ਰਵੀਨ ਹੈ। ਸਰਤਾਰ ਬਰਕ ਸਰਦਾਰ ਚੀਨ। ਉਸ ਨੇ ਮੁਖੀ ਸੈਨਾ ਨਾਇਕ ਨੂੰ ਪਛਾਣ ਕੇ ਤੀਰਾਂ ਦੀ ਮੋਹੱਲੇਦਾਰ ਵਰਖਾ ਕਰ ਦਿੱਤੀ ਹੈ। ਰਘੁਰਾਜ ਆਦ ਮੋਹੇ ਸੁਬੀਰ। ਜਿਸ ਕਰਕੇ ਸ਼੍ਰੀ ਰਾਮ ਚੰਦਰ ਆਦ ਸੂਰਮੇ ਮੋਹੇ ਗਏ ਹਨ। ਜਿਸ ਕਰਕੇ ਰਾਮ ਚੰਦਰ ਆਦਿ ਸੂਰਮੇ ਮੋਹੇ ਗਏ ਹਨ। ਦਲ ਸਹਿਤ ਭੂਮ ਡਿੱਗੇ ਅਧੀਰ। ਅਤੇ ਸੈਨਾ ਸਮੇਤ ਬੇਸੁੱਧ ਹੋ ਕੇ ਧਰਤੀ ਉੱਤੇ ਡਿੱਗ ਪਏ ਹਨ। ਤਬ ਕਹੀ ਦੂਤ ਰਾਵਣ ਹੀ ਜਾਏ। ਤਦੋਂ ਦੂਤ ਨੇ ਜਾ ਕੇ ਰਾਵਣ ਨੂੰ ਕਿਹਾ, ਕਪ ਕਟਕ ਆਜ ਜੀਤਿਓ ਬਨਾਏ। ਕਿ ਬੰਦਰਾਂ ਦੀ ਸੈਨਾ ਅੱਜ ਚੰਗੀ ਤਰ੍ਹਾਂ ਨਾਲ ਜਿੱਤੀ ਗਈ ਹੈ। ਸੀਏ ਭਜਹੁ ਆਜ ਹੁਏ ਕੇ ਨਿਚੀਤ। ਬੇਫਿਕਰ ਹੋ ਕੇ ਅੱਜ ਸੀਤਾ ਨਾਲ ਮੌਜ ਕਰੋ, ਕਿਉਂਕਿ ਸੰਘਰੇ ਰਾਮ ਰਣ ਇੰਦਰਜੀਤ। ਸ਼੍ਰੀ ਰਾਮ ਚੰਦਰ ਰਣਭੂਮੀ ਵਿੱਚ ਮੇਘਨਾਥ ਨਾਲ ਲੜ ਮੋਏ ਹਨ। ਤਬ ਕਹੇ ਬੈਣ ਤ੍ਰਿਜਟੀ ਬੁਲਾਏ। ਤਦੋਂ ਰਾਵਣ ਨੇ ਤ੍ਰਿਜਟਾ ਰਾਖਸ਼ਸਨੀ ਨੂੰ ਬੁਲਾ ਕੇ ਕਿਹਾ, ਰਣ ਮ੍ਰਿਤਕ ਰਾਮ ਸੇ ਤਹੇ ਦਿਖਾਏ। ਕਿ ਸੀਤਾ ਨੂੰ ਰਣਭੂਮੀ ਵਿੱਚ ਮੋਏ ਹੋਏ ਰਾਮ ਨੂੰ ਵਿਖਾ ਦੇ। ਲੈ ਗਈ ਨਾਥ ਜਿਹੇ ਗਿਰੇ ਖੇਤ। ਤ੍ਰਿਜਟਾ ਸੀਤਾ ਨੂੰ ਉੱਥੇ ਲੈ ਕੇ ਗਈ ਜਿੱਥੇ ਉਸਦੇ ਸਵਾਮੀ ਰਾਮ ਚੰਦਰ ਡਿੱਗੇ ਪਏ ਸਨ। ਮ੍ਰਿਗ ਰਾਮ ਸਿੰਘ ਜਯੋ ਸੁਪਤ ਅਚੇਤ। ਜਿਵੇਂ ਹਿਰਨਾਂ ਨੂੰ ਮਾਰ ਕੇ ਸ਼ੇਰ ਬੇਫਿਕਰ ਹੋ ਕੇ ਸੁੱਤਾ ਪਿਆ ਹੈ। ਸੀਏ ਨਿਰਖ ਨਾਥ ਮਨ ਮਹਿ ਰਸਾਨ। ਸੀਤਾ ਨੇ ਆਪਣੇ ਸਵਾਮੀ ਦੀ ਅਜਿਹੀ ਹਾਲਤ ਵੇਖ ਕੇ ਮਨ ਵਿੱਚ ਕ੍ਰੋਧ ਕੀਤਾ। 10 ਔਰ 4 ਵਿਦਿਆ ਨਿਦਾਨ। 14 ਵਿਦਿਆਵਾਂ ਦੀ ਖਜ਼ਾਨਾ ਰੂਪ ਸੀਤਾ ਨੇ ਪੜ੍ਹ ਨਾਗ ਮੰਤਰ ਸੰਘਰੀ ਪਾਸ। ਨਾਗ ਮੰਤਰ ਪੜ੍ਹ ਕੇ ਫਾਹੀ ਕੱਟ ਦਿੱਤੀ। ਪਤ ਪ੍ਰਾਤ ਜਿਆਏ ਚਿੱਤ ਪਇਓ ਹੁਲਾਸ। ਅਤੇ ਪਤੀ ਨੂੰ ਭਰਾ ਸਮੇਤ ਜੀਵਾ ਕੇ
ਚਿੱਤ ਵਿੱਚ ਪ੍ਰਸੰਨ ਹੋਈ ਅਤੇ ਪਤੀ ਨੂੰ ਭਰਾ ਸਮੇਤ ਜਿਵਾ ਕੇ ਚਿੱਤ ਵਿੱਚ ਪ੍ਰਸੰਨ ਹੋਈ। ਸੀਏ ਗਈ ਜਗੇ ਅੰਗ ਰਾਏ ਰਾਮ। ਜਦੋਂ ਸੀਤਾ ਰਣਭੂਮੀ ਵਿੱਚੋਂ ਗਈ ਤਦੋਂ ਰਾਮ ਨੇ ਜਾਗ ਕੇ ਅੰਗੜਾਈ ਲਈ। ਦਲ ਸਹਿਤ ਪ੍ਰਾਤ ਜੁਤ ਧਰਮ ਤਾਮ। ਅਤੇ ਤਾਮ ਰਾਮ ਭਰਾ ਲਕਸ਼ਮਣ ਅਤੇ ਸੈਨਾ ਸਮੇਤ ਸੁਚੇਤ ਹੋ ਗਏ। ਬੱਜੇ ਸੁਨਾਦ ਗੱਜੇ ਸੁਬੀਰ। ਉਸ ਵੇਲੇ ਧੌਂਸੇ ਵੱਜ ਪਏ ਅਤੇ ਯੋਧੇ ਗੱਜਣ ਲੱਗੇ। ਸੱਜੇ ਹਥਿਆਰ ਭੱਜੇ ਅਧੀਰ। ਸੂਰਮਿਆਂ ਨੇ ਸ਼ਸਤਰ ਸਜਾ ਲਏ ਅਤੇ ਅਧੀਰ ਹੋ ਕੇ ਯੁੱਧ ਲਈ ਭੱਜ ਪਏ। ਸਮੂਲੇ ਸੂਰ ਸਰ ਬਰਖ ਜੁੱਧ। ਸੂਰਮੇ ਸੰਭਲ ਕੇ ਯੁੱਧ ਵਿੱਚ ਤੀਰਾਂ ਦੀ ਵਰਖਾ ਕਰਨ ਲੱਗੇ ਹਨ। ਹਨਸਾਲ ਤਾਲ ਬ੍ਰਿਕਾਲ। ਹਨਸਾਲ ਤਾਲ ਬਿਕਰਾਲ ਕ੍ਰੁੱਧ। ਹੰਸਾਲ ਤਾਲ ਬਿਕਰਾਲ ਕ੍ਰੁੱਧ। ਭਿਆਨਕ ਰੂਪ ਵਿੱਚ ਸਾਲ ਅਤੇ ਤਾਲ ਬ੍ਰਿਛਾ ਵਰਗੇ ਸੂਰਮਿਆਂ ਨੂੰ ਮਾਰਨ ਲੱਗੇ ਹਨ। ਤਜ ਜੁੱਧ ਸੁਧ ਸੁਰ ਮੇਘ ਤਰਨ। ਉਸ ਵੇਲੇ ਮੇਘਨਾਦ ਸੁਰਮੇਘ ਯੁੱਧ ਦਾ ਖਿਆਲ ਛੱਡ ਕੇ ਥਲ ਗਇਓ ਨਕੁੰਭਲਾ ਹੋਮ ਕਰਨ। ਨਕੁੰਭਲਾ ਦੇਵੀ ਦੇ ਸਥਾਨ ਵਿੱਚ ਹੋਮ ਕਰਨ ਲਈ ਚਲਾ ਗਿਆ। ਲਗ ਬੀਰ ਤੀਰ ਲੰਕੇਸ ਆਨ। ਲਕਸ਼ਮਣ ਕੋਲ ਆ ਕੇ ਵਿਭੀਸ਼ਣ ਨੇ ਇਮ ਕਹੇ ਬੈਣ ਤਜ ਪ੍ਰਾਤ ਕਾਨ। ਆਪਣੇ ਭਰਾ ਰਾਵਣ ਦੀ ਪ੍ਰਵਾਹ ਛੱਡ ਕੇ ਲਕਸ਼ਮਣ ਨੂੰ ਸਮਝਾਇਆ ਕਿ ਇਸ ਦਾਅ ਨਾਲ ਆਏ ਹੈ ਸਤਰ ਇਹ ਕਾਤ ਹਾਥ। ਵੈਰੀ ਮੇਘਨਾਦ ਹੱਥ ਆ ਸਕਦਾ ਹੈ। ਸੋ ਲਕਸ਼ਮਣ ਕੋਲ ਆ ਕੇ ਵਿਭੀਸ਼ਣ ਨੇ ਆਪਣੇ ਭਰਾ ਰਾਵਣ ਦੀ ਪ੍ਰਵਾਹ ਛੱਡ ਕੇ ਲਕਸ਼ਮਣ ਨੂੰ ਸਮਝਾਇਆ ਕਿ ਇਸ ਦਾਅ ਨਾਲ ਵੈਰੀ ਜੋ ਕਿ ਮੇਘਨਾਦ ਹੱਥ ਆ ਸਕਦਾ ਹੈ। ਇੰਦਰਾਰ ਬੀਰ ਅਰਬਰ ਪ੍ਰਮਾਥ। ਜੋ ਆਪਣੇ ਬਲ ਨਾਲ ਵੈਰੀਆਂ ਨੂੰ ਚੰਗੀ ਤਰ੍ਹਾਂ ਮਿਧਣ ਵਾਲਾ ਅਤੇ ਇੰਦਰ ਨੂੰ ਜਿੱਤਣ ਵਾਲਾ ਹੈ। ਨਿਜ ਮਾਸ ਕਾਟ ਕਰ ਕਰਤ ਹੋਮ। ਉਹ ਇਸ ਵੇਲੇ ਆਪਣੇ ਸਰੀਰ ਤੋਂ ਮਾਸ ਕੱਟ ਕੇ ਹੋਮ ਕਰ ਰਿਹਾ ਹੈ। ਤਰ ਹਰਤ ਭੂਮ ਅਰਚਕਤ ਬਯੋਮ। ਤਰ ਹਰਤ ਭੂਮ ਅਰਚਕਤ ਬਯੋਮ। ਜਿਸ ਨੂੰ ਵੇਖ ਕੇ ਧਰਤੀ ਕੰਬ ਰਹੀ ਹੈ ਅਤੇ ਦੇਵਤੇ ਬ੍ਰਯੋਮ ਹੈਰਾਨ ਹੋ ਰਹੇ ਹਨ। ਤਹਿ ਗਇਓ ਰਾਮ ਪ੍ਰਾਤਾ ਨਿਸੰਗ। ਇਹ ਸੁਣਦੇ ਹੀ ਲਕਸ਼ਮਣ ਨਿਸੰਗ ਹੀ ਚਲਾ ਗਿਆ। ਕਰ ਤਰੇ ਤਨੁਕ ਕਟ ਕਸ ਨਿਖੰਗ। ਜਿਸ ਨੇ ਹੱਥ ਵਿੱਚ ਧਨੁਸ਼ ਫੜਿਆ ਹੋਇਆ ਸੀ ਅਤੇ ਲੱਕ ਨਾਲ ਪੱਥਾ ਬੰਨ੍ਹਿਆ ਹੋਇਆ ਸੀ। ਚਿੰਤੀ ਸੁਚਿੱਤ ਦੇਵੀ ਪ੍ਰਚੰਡ। ਮੇਘਨਾਥ ਨੇ ਚਿੱਤ ਵਿੱਚ ਦੇਵੀ ਨੂੰ ਪ੍ਰਚੰਡ ਕਰਨ ਦੀ ਚਿੰਤਾ ਹੈ। ਮੇਘਨਾਥ ਦੇ ਚਿੱਤ ਵਿੱਚ ਦੇਵੀ ਨੂੰ ਪ੍ਰਚੰਡ ਕਰਨ ਦੀ ਚਿੰਤਾ ਹੈ। ਅਰ ਹਣਿਓ ਬਾਣ ਕੀਨੋ ਦੁਖੰਡ। ਲਕਸ਼ਮਣ ਨੇ ਅਜਿਹੀ ਸਥਿਤੀ ਵਿੱਚ ਤੀਰ ਮਾਰ ਕੇ ਵੈਰੀ ਨੂੰ ਦੋ ਟੋਟੇ ਕਰ ਦਿੱਤੇ। ਲਕਸ਼ਮਣ ਨੇ ਅਜਿਹੀ ਸਥਿਤੀ ਵਿੱਚ ਤੀਰ ਮਾਰ ਕੇ ਵੈਰੀ ਨੂੰ ਦੋ ਟੋਟੇ ਕਰ ਦਿੱਤਾ। ਰਿਪ ਫਿਰੇ ਮਾਰ ਦੁਦੰਬ ਬਜਾਏ। ਵੈਰੀ ਨੂੰ ਮਾਰ ਕੇ ਜਿੱਤ ਦੇ ਧੌਂਸੇ ਵਜਾਉਂਦਾ ਲਕਸ਼ਮਣ ਪਰਤ ਆਇਆ। ਉਤ ਭਜੇ ਦਇਤ ਦਲਪਤ ਜੁਝਾਏ। ਉਧਰ ਆਪਣੇ ਸੈਨਾਪਤੀ ਮੇਘਨਾਥ ਨੂੰ ਮਰਵਾ ਕੇ ਦੈਂਤ ਦਲ ਲੰਕਾ ਵੱਲ ਭੱਜ ਗਿਆ।
ਇਤ ਇੰਦਰਜੀਤ ਬਧੇ ਧਿਆਏ ਸਮਾਪਤਮ ਸਤ। ਇੱਥੇ ਇੰਦਰਜੀਤ ਬਧੇ ਅਧਿਆਇ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।